ਇੱਕ ਓੰਕਾਰ ਸਤ ਗੁਰ ਪ੍ਰਸਾਦਿ। ਤੁਮਰੀ ਸਰਣ ਤੁਮਰੀ ਆਸਾ, ਤੁਮ ਹੀ ਸੱਜਣ ਸੋਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰ ਕੇ ਗੋਲੇ। ਸਮਰਥ ਗੁਰੂ ਸਿਰ ਹੱਥ ਧਰਿਓ। ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰ ਕੀਨੀ ਕਿਰਪਾ ਹਰ ਨਾਮ ਦਿਓ। हे सच्चे पातशाह, आप जी का बेअंत शुक्र है। चल रही गुरबाणी शब्द की जो विचार गुर किरपा द्वारा के एक की है। श्री पातशाह कबीर साहब जी ने वाह ਧਰੋਂ जी ਜਾਂ ਪ੍ਰਹਿਲਾਦ जी ਜਾਂ ਹੋਰ ਬੇਅੰਤ ਭਗਤ ਸਾਹਿਬਾਨਾਂ ਨੇ ਉਸ ਇੱਕ ਨੂੰ ਜਾਣਿਆ, ਔਰ ਉਸ ਇੱਕ ਨੂੰ ਜਾਣ ਕੇ ਉਸ ਦਾ ਵਿਆਖਿਆਨ ਵੀ ਕੀਤਾ। ਗੌੜੀ ਰਾਗ ਦੇ ਅੰਦਰ ਅੰਗ 324 ਦੇ ਉੱਪਰ श्री कबीर साहब जी एक वचन उच्चारण करते हैं कि जिसनों समझ के बड़ी आश्चर्यता हुई। गौड़ी कबीर जी, जब हम एको एक कर जाने तब लोग है काहे दुख माने। सो हुण इस वचन तो ये गल सिद्ध हुंदी है कि जिस जीव ने भी एक नूं जान लिया कि एक है की चीज़, तो उस तो अगे जो वचन पातशाह ने लिखा कि तब लोक है काहे दुख मानिया, ਇਹਦਾ भाव कि जदों उन्होंने एक दा विख्यान किया कि असल विच एक है की चीज़, तो उस वेले दी जो धार्मिक श्रेणी सी जो एक दा विख्यान करते सन, उन्होंने तकलीफ हुई। तकलीफ होने का कारण यही हुंदा कि जिहड़ी चीज़ नूं असीं जदों मनदे हुंदे हां, कोई दूसरा आके कहे भी ये चीज़ तुहाडी मन्नी हुई ठीक नहीं, तो फिर सानूं सुभावक ही है कि तकलीफ होवेगी। सो उस वेले जो पंडित सन ਜਾਂ ਮੁੱਲਾ ਸਨ, ਕਾਜੀ ਸਨ, ਜੋ ਵੀ ਧਰਮ ਦੇ ਆਗੂ ਸਨ, ਜੋਗੀ ਸੀ, ਸਰੇਵੜੇ ਸਨ, ਉਹਨਾਂ ਨੂੰ ਇਸ ਗੱਲ ਦੀ ਬੜੀ ਤਕਲੀਫ ਹੋਈ ਕਿਉਂਕਿ ਕਾਸ਼ੀ ਦੇ ਵਿੱਚ ਹੀ ਕਬੀਰ ਸਾਹਿਬ ਵਿਚਰਦੇ ਸਨ। ਉਹੀ ਧਰਮ ਦਾ ਸਭ ਤੋਂ ਵੱਡਾ ਕੇਂਦਰ ਸੀ ਜਾਂ ਮਗਹਰ ਸੀ। ਮਗਹਰ ਦੇ ਅੰਦਰ ਗੁਰਮੁਖ ਵਸਦੇ ਸਨ। ਸੋ ਜਬ ਹਮ ਏਕੋ ਏਕ ਕਰ ਜਾਂਦੇ, ਕਹਿੰਦੇ ਜਦੋਂ ਅਸੀਂ ਹਮ ਭਾਵ ਕਿ ਅਸੀਂ ਜਾਂ ਸਤ ਤੋਂ ਪਹਿਲਾਂ ਵੀ ਜਿਨ੍ਹਾਂ ਨੇ ਇੱਕੋ ਏਕ ਕਰ ਜਾਂਦੇ, ਇੱਕੋ ਕਿ ਜਿਹੜਾ ਇੱਕੋ ਹੀ ਹੈ ਉਹ ਏਕ ਹੈ। ਉਹਨਾਂ ਏਕ ਦਾ ਭਾਵ ਹੈ ਕਿ ਜਿਨ੍ਹਾਂ ਦੇ ਅੰਦਰ ਏਕਤਾ ਹੈ, ਜਿਹੜੇ ਸਾਰੇ ਇੱਕੋ ਜਿਹੇ ਨੇ, ਸਵੈਮ ਇੱਕ ਦੂਜੇ ਵਰਗੇ ਹੀ ਨੇ।
ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ ਕਿ ਉਸ ਇੱਕੋ ਨੂੰ ਮੈਂ ਜਾਣ ਲਿਆ। ਤਾਂ ਮੈਂ ਹੈਰਾਨ ਹੋਇਆ ਕਿ ਜੋ ਵੀ ਧਰਮ ਦੀ ਪ੍ਰਣਾਲੀ ਦੇ ਮੁਤਾਬਕ ਇੱਕ ਦਾ ਵਿਖਿਆਨ ਸੀ, ਉਹ ਇੱਕ ਇਸ ਤਰ੍ਹਾਂ ਦਾ ਨਹੀਂ ਹੈ। ਤੇ ਜਦੋਂ ਧਰਮ ਦੇ ਆਗੂਆਂ ਦੇ ਨਾਲ ਉਸ ਇੱਕ ਬਾਰੇ ਭਗਤ ਜੀ ਨੇ ਆ ਕੇ ਵਿਚਾਰ ਕੀਤੀ, ਉਹ ਕਹਿੰਦੇ ਵੀ ਤੂੰ ਤਾਂ ਸਾਡਾ ਸਾਰਾ ਕੁਝ ਹੀ ਰੱਦ ਕਰਦਾ। ਤਾਂ ਫਿਰ ਉਹਨਾਂ ਨੇ ਕਬੀਰ ਸਾਹਿਬ ਦੇ ਉੱਪਰ ਕਾਫੀ ਤਰ੍ਹਾਂ ਦੇ ਲਾਂਛਣ ਵੀ ਲਾਏ, ਸਰੀਰਕ ਤੌਰ ਤੇ ਤਕਲੀਫ ਵੀ ਦਿੱਤੀ। ਪਰ ਕਬੀਰ ਸਾਹਿਬ ਨੇ ਆਪਣੀ ਗੁਰਬਾਣੀ ਦੇ ਅੰਦਰ ਇਹ ਵਚਨ ਦਰਜ ਕੀਤਾ ਕਿ ਰਾਮ ਰਤਨ ਤਉ ਪਾਈਐ ਪਹਿਲੇ ਤਜੈ ਸ਼ਰੀਰ, ਕਿ ਉਹ ਜਿਹੜਾ ਰਾਮ ਹੈ, ਜਿਹੜਾ ਇੱਕ ਹੈ, ਉਹਦੀ ਪ੍ਰਾਪਤੀ ਹੀ ਤਾਂ ਹੁੰਦੀ ਹੈ ਜਦੋਂ ਆ ਜਿਹੜਾ ਬਾਹਰ ਸਰੀਰ ਹੈ, ਜਿਹਨੂੰ ਅਸੀਂ ਸਰੀਰ ਮੰਨਦੇ ਹਾਂ, ਪਰ ਦਰਗਾਹ ਦੇ ਅੰਦਰ ਸੱਚਖੰਡ ਵੱਲੋਂ ਇਹ ਕੱਪੜਾ ਹੈ। ਦਰਗਾਹ ਦੇ ਵਿੱਚ ਉਹਨੂੰ ਸਰੀਰ ਮੰਨਿਆ ਜਾਂਦਾ ਜਿਹਨੇ ਇਹ ਕੱਪੜਾ ਪਹਿਰਿਆ ਹੋਇਆ। ਜਿਵੇਂ ਅਸੀਂ ਇਸ ਸਰੀਰ ਦੇ ਉੱਪਰ ਕੱਪੜਾ ਪਹਿਰਦੇ ਹਾਂ, ਇਸੇ ਤਰ੍ਹਾਂ ਪ੍ਰਾਤਮਾ ਨੇ ਆ ਸਰੀਰ ਰੂਪੀ ਕੱਪੜਾ ਪਹਿਰਿਆ ਹੋਇਆ। ਆਸਾ ਕੀ ਵਾਰ ਵਿੱਚ ਵੀ ਪਾਤਸ਼ਾਹ ਕਹਿੰਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾ, ਕਿ ਤਾਂ ਦੁਨੀਆ ਦੇ ਅੰਦਰ ਛੱਡ ਕੇ ਚਲੇ ਜਾਣ ਵਾਲੀ ਚੀਜ਼ ਹੈ, ਇਹ ਨਾਲ ਜਾਣ ਵਾਲੀ ਨਹੀਂ। ਇਹਦਾ ਮਤਲਬ ਨਾਲ ਜਾਣ ਵਾਲੀ ਕੋਈ ਚੀਜ਼ ਹੋਰ ਹੈ। ਉਸ ਦਾ ਸੁਗਿਆਨ ਨਹੀਂ ਸੀ ਕਿਸੇ ਨੂੰ, ਸੋ ਅੱਜ ਵੀ ਨਹੀਂ ਹੈ। ਅੱਜ ਵੀ ਸਾਡਾ ਧਰਮ ਦਾ ਜਿੰਨਾ ਵੀ ਸਟਰਕਚਰ ਹੈ, ਉਹ ਸਾਰਾ ਬਾਹਰਲੇ ਸਰੀਰ ਤੇ ਖੜਾ ਹੈ। ਹਾਂ, ਇਹ ਗੱਲ ਠੀਕ ਹੈ ਕਿ ਬਾਹਰਲੇ ਸਰੀਰ ਦੀ ਲੋੜ ਹੈ ਸਿਰਫ ਗਿਆਨ ਲੈਣ ਤੱਕ, ਪਰ ਮੰਨਣ ਤੱਕ ਉਹ ਅੰਦਰਲਾ ਸਰੀਰ ਹੈ ਜਿਹਨੇ ਮੰਨਣਾ। ਸ਼ੁੱਧ ਅੰਦਰਲੇ ਸਰੀਰ ਨੇ ਹੋਣਾ, ਬਾਹਰਲੇ ਸਰੀਰ ਨੇ ਸ਼ੁੱਧ ਨਹੀਂ ਹੋਣਾ। ਬਾਹਰਲਾ ਸਰੀਰ ਸਾਫ਼ ਰੱਖਿਆ ਜਾ ਸਕਦਾ, ਸ਼ੁੱਧ ਨਹੀਂ ਕੀਤਾ ਜਾ ਸਕਦਾ। ਸੋ ਜਦੋਂ ਪਾਤਸ਼ਾਹ ਨੇ ਉਹਨਾਂ ਦੀਆਂ ਗੱਲਾਂ ਨੂੰ ਕੱਟਿਆ ਵੀ ਤੁਸੀਂ ਧਰਮ ਦੇ ਵਿੱਚ ਜੋ ਵਿਖਿਆਨ ਕਰਦੇ ਹੋ, ਇਹ ਵਿਖਿਆਨ ਸ੍ਰੇਸ਼ਟ ਨਹੀਂ ਹੈ, ਤਾਂ ਉਹਨਾਂ ਨੇ ਫਿਰ ਕਾਫੀ ਕਬੀਰ ਸਾਹਿਬ ਨੂੰ ਤਕਲੀਫ ਦਿੱਤੀ। ਪਰ ਉਹਨਾਂ ਨੇ ਉਸ ਤਕਲੀਫ ਨੂੰ ਝੱਲਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅਸਲੀਅਤ ਕੀ ਹੈ। ਹਮ ਆਪਤਾ ਆਪਣੀ ਪਤ ਖੋਈ, ਉਹ ਕਹਿੰਦੇ ਸੀ ਕੁਛ ਜਿਸਮਾਨੀ ਤੌਰ ਤੇ ਜੋ ਜਾਤ ਪਾਤ ਦਾ ਚੱਕਰ ਹੈ, ਉਹ ਅਟੈਕ ਕਰਦੇ ਸਨ ਉਹਨਾਂ ਦੇ ਉੱਪਰ, ਕਿ ਇਸ ਦੀ ਕੋਈ ਇੱਜ਼ਤ ਨਹੀਂ ਹੈ। ਉਹ ਕਹਿੰਦੇ ਵੀ ਠੀਕ ਹੈ, ਸਾਡੀ ਭਾਵੇਂ ਕੋਈ ਇੱਥੇ ਇੱਜ਼ਤ ਨਹੀਂ ਹੈ, ਸਾਨੂੰ ਇਸ ਗੱਲ ਦੀ ਕੋਈ ਪ੍ਰਾਪਤੀ ਨਹੀਂ ਕਿ ਸਾਡੀ ਇੱਥੇ ਇੱਜ਼ਤ ਹੋਵੇ, ਤੇ ਜਾਂ ਕੋਈ ਸਾਡਾ ਤਿਸਕਾਰ ਕਰੇ ਤਾਂ ਵੀ ਸਾਨੂੰ ਕੋਈ ਤਕਲੀਫ ਨਹੀਂ ਹੈ। ਹਮਰੇ ਖੋਜ ਪਰੋ ਮਤ ਕੋਈ, ਆ ਜਿਹੜਾ ਬਚਨ ਪਾਤਸ਼ਾਹ ਨੇ ਲਿਖਿਆ ਬੜਾ ਕਮਾਲ ਦਾ। ਕਹਿੰਦੇ ਹਮਰੇ ਖੋਜ ਪਰੋ ਮਤ ਕੋਈ, ਇਸ ਤੋਂ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਜਿਹੜਾ ਇੱਕ ਹੈ ਉਹ ਖੋਜ ਦਾ ਵਿਸ਼ਾ ਹੈ, ਉਹਨੂੰ ਖੋਜਿਆ ਜਾਂਦਾ ਹੈ, ਉਹਨੂੰ ਸਮਝਿਆ ਜਾਂਦਾ ਹੈ, ਉਹਨੂੰ ਵਿਚਾਰਿਆ ਜਾਂਦਾ ਹੈ। ਭਗਤ ਜੀ ਕਹਿੰਦੇ ਵੀ ਜੇ ਤੁਹਾਨੂੰ ਲੱਗਦਾ ਹੈ ਵੀ ਅਸੀਂ ਗਲਤ ਹਾਂ, ਤੁਸੀਂ ਸਹੀ ਹੋ, ਫਿਰ ਤੁਸੀਂ ਸਾਡੇ ਰਸਤੇ ਤੇ ਨਾ ਆਓ। ਅਸੀਂ ਤਾਂ ਤੁਹਾਨੂੰ ਨਹੀਂ ਕਹਿੰਦੇ, ਅਸੀਂ ਤੁਹਾਨੂੰ ਇਹ ਗੱਲ ਜ਼ਰੂਰ ਕਹਿੰਦੇ ਵੀ ਜਿਹੜਾ ਤੁਹਾਡਾ ਰਸਤਾ ਹੈ ਇਹ ਸਹੀ ਨਹੀਂ ਹੈ। ਇਹ ਦੱਸਣਾ ਮੇਰਾ ਫਰਜ਼ ਹੈ, ਕਿਉਂਕਿ ਮੈਨੂੰ ਦਰਗਾਹ ਦੇ ਵਿੱਚੋਂ ਫਰਮਾਨ ਹੈ, ਹਉ ਬੁਲਾਇਆ ਬੋਲੇ ਖਸਮ ਦਾ। ਇੱਕੋ ਇੱਕ ਦੁਨੀਆ ਦੇ ਉੱਪਰ ਹੈ, ਸਮਿਰਤ ਲੋਕ ਦੇ ਵਿੱਚ ਗੁਰਬਾਣੀ ਹੈ, ਬਾ ਪ੍ਰੂਫ ਹੈ, ਸਬੂਤ ਹੈ। ਜਿਨ੍ਹਾਂ ਪੁਰਖਾਂ ਨੇ ਵੀ ਇਸ ਗੁਰਬਾਣੀ ਨੂੰ ਲਿਖਿਆ, ਜਾਂ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਬਾਣੀ ਪ੍ਰਗਟ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਅਸੀਂ ਕਿਸ ਦੇ ਬੁਲਾਇਆ ਬੋਲਦੇ। ਹੋਰ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਜਾਂ ਪੋਥੀ ਵਿੱਚ ਇਹ ਨਹੀਂ ਲਿਖਿਆ ਮਿਲਦਾ ਕਿ ਅਸੀਂ ਕਿਸੇ ਦੇ ਬੁਲਾਇਆ ਬੋਲਦੇ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ, ਹਉ ਆਪੂ ਬੋਲ ਨਾ ਜਾਣਦਾ ਜੋ ਕਿਹਾ ਸੋ ਹੁਕਮਾਓ ਜੀਓ। ਵੀ ਅਸੀਂ ਕੁਛ ਨਹੀਂ ਜਾਣਦੇ, ਸਾਤੋਂ ਕੋਈ ਬੁਲਾ ਰਿਹਾ, ਜੋ ਬੁਲਾ ਰਿਹਾ ਹੈ ਅਸੀਂ ਤਾਂ ਬੋਲਦੇ ਹਾਂ, ਉਹ ਪਰਮੇਸ਼ਰ ਹੈ, ਉਹ ਹੈ ਸਰਬ ਸ੍ਰੇਸ਼ਟ ਇੱਕ।
ਸਾਬਤ ਸੂਰਤ, ਸਲਾਮਤ ਨਿਰੰਕਾਰ। ਉਸ ਇੱਕ ਦੀ ਗੱਲ ਸਾਰੇ ਭਗਤ ਸਾਹਿਬਾਨਾਂ ਨੇ ਕੀਤੀ। ਇੱਕ ਨੂੰ ਜਾਣਿਆ ਜੋ ਹੋਇਆ ਸੀ। ਤੁਸੀਂ ਕਿਸੇ ਵੀ ਭਗਤ ਸਾਹਿਬਾਨ ਦੀ ਗੁਰਬਾਣੀ ਤੋਂ ਸ਼ਬਦ ਵਿਚਾਰੋ, ਉਸ ਦੇ ਵਿੱਚ ਇੱਕ ਦੀ ਗੱਲ ਜ਼ਰੂਰ ਆਉਂਦੀ ਹੈ। ਹਾਂ, ਇਹ ਗੱਲ ਠੀਕ ਹੈ ਕਿ ਜਿਸ ਤਰ੍ਹਾਂ ਇੱਥੇ ਇੱਕ ਗੁਰੂ ਨਾਨਕ ਸਾਹਿਬ ਨੇ ਲਿਖਿਆ, ਉਹਨਾਂ ਨੇ ਉਸ ਤਰ੍ਹਾਂ ਦਾ ਨਹੀਂ ਲਿਖਿਆ, ਪਰ ਉਹਨਾਂ ਦੀ ਜੋ ਵੀ ਗੁਰਬਾਣੀ ਪੰਜਵੇਂ ਪਾਤਸ਼ਾਹ ਨੇ ਗੁਰਬਾਣੀ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ, ਤਾਂ ਉਹਨਾਂ ਦੀ ਗੁਰਬਾਣੀ ਦੇ ਉੱਪਰ ਵੀ ਪੰਜਵੇਂ ਪਾਤਸ਼ਾਹ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਿਆ ਕਿ ਕਿਤੇ ਕੋਈ ਇਹ ਨਾ ਸਮਝ ਲਵੇ ਵੀ ਭਗਤ ਵੱਖਰੇ ਸੀ, ਅਸੀਂ ਵੱਖਰੇ ਹਾਂ। ਪਰ ਅੱਜ ਸਾਡੇ ਉਹ ਹਾਲਾਤ ਬਣ ਚੁੱਕੇ। ਸੋ ਜਿਹਨੇ ਇੱਕ ਨੂੰ ਜਾਣਿਆ ਉਹ ਉਸੇ ਵਰਗਾ ਹੀ ਹੁੰਦਾ ਹੈ। ਜਿਵੇਂ ਸ੍ਰੀ ਕਬੀਰ ਸਾਹਿਬ ਹੀ ਕਹਿੰਦੇ ਆ ਸ਼ਲੋਕਾਂ ਦੇ ਅੰਦਰ, ਅੰਗ 1364 ਦੇ ਉੱਪਰ, ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕੇ ਤੂੰ ਪਿਆ ਜਾ ਕੋ ਕਹਿਤਾ। ਕਹਿੰਦੇ ਕਬੀਰ ਜਾ ਕੋ ਖੋਜ ਤੇ, ਕਹਿੰਦੇ ਜਿਹਨੂੰ ਮੈਂ ਲੱਭਦਾ ਸੀ ਵੀ ਇੱਕ ਕੋਈ ਹੈ, ਉਹਨੂੰ ਮੈਂ ਪਾ ਲਿਆ। ਸੋਈ ਠੌਰ, ਮੈਂ ਉਸ ਵਸਤੂ ਨੂੰ ਪ੍ਰਾਪਤ ਕੀਤਾ। ਉਹ ਵਸਤੂ ਕੀ ਹੈ? ਸੋਈ ਫਿਰ ਕੇ ਤੂੰ ਪਿਆ। ਕਹਿੰਦੇ ਵੀ ਉਹ ਤਾਂ ਮੈਂ ਆਪ ਹੀ ਹਾਂ। ਜਾ ਕੋ ਕਹਿਤਾ, ਔਰ ਮੈਂ ਕਿਸੇ ਹੋਰ ਨੂੰ ਇੱਕ ਸਮਝਦਾ ਸੀ ਵੀ ਸ਼ਾਇਦ ਕੋਈ ਹੋਰ ਇੱਕ ਹੈ। ਅਸਲ ਵਿੱਚ ਇਹ ਜੀਵ ਹੀ ਇੱਕ ਹੈ। ਇਸ ਦਾ ਜੀਵ ਦਾ ਇੱਕ ਤੋਂ ਦੋ ਹੋਣਾ ਹੀ ਇਸ ਦਾ ਬਹੁਤ ਵੱਡਾ ਭਰਮ ਹੈ। ਗੁਰਬਾਣੀ ਉਪਦੇਸ਼ ਮਨੁੱਖ ਵਾਸਤੇ, ਇਹ ਗੁਰਬਾਣੀ ਵਾ ਸੱਚਖੰਡ ਤੋਂ ਆਈ ਹੋਈ ਬਾਣੀ ਹੈ। ਬਾਣੀ ਨੂੰ ਜਦੋਂ ਸ਼ਬਦਾਂ ਦੇ ਵਿੱਚ ਇਕੱਠਾ ਕੀਤਾ ਜਾਂਦਾ ਤਾਂ ਇਹ ਅੱਖਰ ਬਣ ਜਾਂਦੇ ਨੇ। ਅੱਖਰਾਂ ਨੂੰ ਫਿਰ ਗਿਆਨ ਦੇ ਵਿੱਚ ਪਾ ਕੇ ਇਹਨੂੰ ਗੁਰਬਾਣੀ ਬਣਾਇਆ ਜਾਂਦਾ ਹੈ। ਗੁਰਬਾਣੀ ਬਣਾ ਕੇ ਸਾਨੂੰ ਦਿੱਤੀ ਗਈ ਹੈ ਕਿਉਂਕਿ ਸਾਡੇ ਕੋਲ ਗਿਆਨ ਇੰਦਰੀ ਹੈ। ਗਿਆਨ ਇੰਦਰੀਆਂ ਦੇ ਦੁਆਰਾ ਅਸੀਂ ਗੁਰਬਾਣੀ ਤੋਂ ਪੜ੍ਹ ਸਕਦੇ ਹਾਂ, ਗੁਰਬਾਣੀ ਤੋਂ ਸਮਝ ਸਕਦੇ ਹਾਂ, ਗੁਰਬਾਣੀ ਤੋਂ ਸਿੱਖਿਆ ਪ੍ਰਾਪਤ ਕਰ ਸਕਦੇ ਹਾਂ। ਪਰ ਜਿਹੜੀ ਬਾਣੀ ਹੈ ਉਹ ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਹੈ। ਉਹ ਇਹਨਾਂ ਕੰਨਾਂ ਨਾਲ ਨਹੀਂ ਸੁਣਦੀ, ਬਾਣੀ ਨੂੰ ਅੱਖਾਂ ਨਾਲ ਨਹੀਂ ਵੇਖਿਆ ਜਾਂਦਾ। ਉਹ ਸਾਡੇ ਜਿੰਨੇ ਵੀ ਗਿਆਨ ਇੰਦਰੀ ਹੈ ਇਹਨਾਂ ਦੀ ਪਕੜ ਤੋਂ ਬਹੁਤ ਪਰੇ ਹੈ। ਉਹ ਹਿਰਦੇ ਦੇ ਅੰਦਰ ਪ੍ਰਗਟ ਹੁੰਦੀ ਹੈ। ਉਸੇ ਨੂੰ ਹੀ ਪਾਤਸ਼ਾਹ ਨੇ ਸ਼ਬਦ ਗੁਰੂ ਆਖਿਆ। ਇਹ ਗੁਰ ਕੇ ਬਚਨ ਨੇ, ਉਹ ਬਾਣੀ ਹੈ, ਉਹ ਇੱਕ ਹੈ। ਭਾਵ ਕਿ ਜਿੰਨਾ ਵੀ ਸੱਚਖੰਡ ਹੈ